मेरी कविता का नाम है मकान। सीमेंट सरिया चूना गारा मिट्टी सब कुछ खा जाता है मकान। इसकी हजम करने की शक्ति बहुत तेज़ होती है। सिक्का पाइपां तारां के गुच्छे शीशे ਲੱਕੜ ਦਰਖਤਾਂ ਦੇ ਦਰਖਤ ਹਜ਼ਾਰਾਂ ਗੇਲਣ ਪਾਣੀ ਤਾਂ ਵੀ ਇਸ ਦੀ ਪਿਆਸ ਨਹੀਂ ਬੁਝਦੀ। ਹੋਰ ਵੀ ਬਹੁਤ ਕੁਝ ਖਾ ਜਾਂਦਾ ਹੈ ਮਕਾਨ। ਤੁਹਾਡੇ ਅਤੇ ਤੁਹਾਡੇ ਰਿਸ਼ਤੇਦਾਰਾਂ ਦੇ ਖੇਤ, ਬੈਂਕ ਦੇ ਅਨੇਕ ਖਾਤੇ, ਦਫ਼ਤਰ ਵਿੱਚ ਹਰ ਰੋਜ਼ ਓਵਰਟਾਈਮ ਤੇ ਕੁਝ ਹੋਰ ਘੰਟੇ, ਐਤਵਾਰ ਨੂੰ ਸਬਜ਼ੀ ਮੰਡੀ ਦੇ ਅਖੀਰ ਵਿੱਚ ਖਰੀਦੀ ਸਸਤੀ ਸਬਜ਼ੀ। ਮਕਾਨ ਖਾ ਜਾਂਦਾ ਹੈ ਤੁਹਾਡਾ ਵਕਤ, ਤੁਹਾਡੇ ਅਸੂਲ, ਤੁਹਾਡੀ ਮਰਿਆਦਾ। ਇਹ ਖਲਲ ਵਿੱਚ ਪਾ ਦਿੰਦਾ ਹੈ ਧੋਤੀ ਹੋਈ ਸਵੇਰ ਵਰਗਾ ਤੁਹਾਡਾ ਟਿਕਾ, ਤੁਹਾਡੇ ਮਨ ਦਾ ਠਹਿਰਿਆ ਪਾਰਾ। ਮਕਾਨ ਆਰਾਮ ਦੇ ਸਿਖਰ ਬਿੰਦੂ ਤੋਂ ਸ਼ੁਰੂ ਹੁੰਦਾ ਹੈ, ਪਰ ਇੱਕ ਵਾਰ ਜਦ ਇਹ ਸੱਪ ਵਾਂਗ ਜ਼ਮੀਨ ਤੋਂ ਸਿਰ ਚੁੱਕਦਾ ਹੈ ਤਾਂ ਤੁਹਾਡੀ ਬੇਰਾਮੀ ਦੀਆਂ ਸਾਰੀਆਂ ਹੱਦਾਂ ਤੋੜ ਦਿੰਦਾ ਹੈ। ਅੱਧੀ ਰਾਤੇ ਵੀ ਡਾਕਿਆ ਟੁੱਟ ਗਈ ਕਿਸ਼ਤ ਦਾ ਨੋਟਿਸ ਲੈ ਕੇ ਆ ਸਕਦਾ ਹੈ, ਸਾਰੀਆਂ ਦੀਵਾਰਾਂ ਤੋੜਦਾ ਹੋਇਆ ਯੂਰੈਸਿਕ ਪਾਰਕ ਦੀਆਂ ਡਾਇਨਾਸੌਰਾਂ ਦੀ ਤਰ੍ਹਾਂ। ਤੁਸੀਂ ਅਜੇ ਅੱਖ ਝਪਕਣ ਦੀ ਸੋਚ ਹੀ ਰਹੇ ਹੁੰਦੇ ਹੋ ਕਿ ਅਗਲੇ ਮਹੀਨੇ ਦੀ ਕਿਸ਼ਤ ਆ ਜਾਂਦੀ ਹੈ, ਕੁਝ ਕੁ ਵਧੇ ਹੋਏ ਪੈਸਿਆਂ ਨਾਲ, ਜਿਸ ਦੀ ਤਫਸੀਲ ਵਿੱਚ ਜਾਣਾ ਤੁਸੀਂ ਕਦੋਂ ਦਾ ਛੱਡ ਦਿੱਤਾ ਹੁੰਦਾ ਹੈ। ਜਿਵੇਂ ਆਪਣੀ ਅੱਖਾਂ ਦਾ ਆਪਰੇਸ਼ਨ ਕਰਾਉਣਾ, ਲੜਕੀ ਦੇ ਵਿਆਹ ਬਾਰੇ ਸੋਚਣਾ, ਥੋੜ੍ਹੀ ਜਿਹੀ ਪੀ ਕੇ ਸੂਦੀਆਂ ਨੂੰ ਗਾਲ ਕੱਢਣਾ। ਮਕਾਨ ਜਦ ਬਣ ਵੀ ਜਾਂਦਾ ਹੈ ਤਾਂ ਇਹ ਤੁਹਾਡੀ ਬੇਰਾਮੀ ਦਾ ਪੂਰਾ ਖਿਆਲ ਰੱਖਦਾ ਹੈ। ਇਹ ਤੁਹਾਡੇ ਇੱਕ ਮਿੰਟ ਵੀ ਘਰ ਵਿੱਚ ਆਰਾਮ ਨਾਲ ਬੈਠਣ 'ਤੇ ਤੁਹਾਡੇ ਨਾਲ ਰੁੱਸ ਸਕਦਾ ਹੈ। ਕਦੇ ਮੱਛਰਾਂ ਦੀ ਹੇੜ ਚਲੀ ਆਉਂਦੀ ਹੈ, ਕਦੇ ਪਾਣੀ ਦੀ ਟੂਟੀ ਚੋਣ ਲੱਗਦੀ ਹੈ, ਕਦੇ ਇਸ ਨੂੰ ਸ਼ੋਰੇ ਵਾਲੀਆਂ ਇੱਟਾਂ ਦੀ ਬਦਹਜ਼ਮੀ ਹੋਣ ਲੱਗਦੀ ਹੈ। ਇਹ ਕਦੇ ਹੋਰ ਵੀ ਪੇਚੀਦਾ ਸਵਾਲ ਖੜ੍ਹਾ ਕਰ ਦਿੰਦਾ ਹੈ। ਕਿਰਾਏਦਾਰ ਕਿਰਾਇਆ ਦੇਣਾ ਬੰਦ ਕਰ ਦਿੰਦਾ ਹੈ, ਅਦਾਲਤ ਦਾ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੰਦਾ ਹੈ। ਮਕਾਨ ਕੋਲ ਤਾਕਤ ਹੈ ਤੁਹਾਡਾ ਘਰ ਖੋਹਣ ਦੀ, ਤੁਹਾਨੂੰ ਪ੍ਰਦੇਸ਼ਾਂ ਵਿੱਚ ਰੋਲਣ ਦੀ। ਮਕਾਨ ਵੀ ਤੁਹਾਡੇ ਘਰ ਦੇ ਢਹਿ ਜਾਣ ਦੀ ਪੂਰੀ ਗੁੰਜਾਇਸ਼ ਹੁੰਦੀ ਹੈ। ਮਕਾਨ ਵੀ ਤੁਹਾਡੇ ਗੁੱਸੇ ਨੂੰ ਉੱਪਰਲੀ ਤਹਿ ਤੋਂ ਹੇਠਲੀ ਤਹਿ ਤੀਕ ਲਿਆਉਣ ਅਤੇ ਜਮਾਉਣ ਦਾ ਪੂਰਾ ਇੰਤਜ਼ਾਮ ਹੁੰਦਾ ਹੈ। ਸਭ ਕੁਝ ਖਾ ਜਾਂਦਾ ਹੈ ਮਕਾਨ। ਮੇਰੀ ਕਵਿਤਾ ਦਾ ਨਾਮ ਹੈ ਵਿਛੜੇ ਹੋਏ ਘਰ। ਮੈਨੂੰ ਯਾਦ ਆਉਂਦੇ ਹਨ ਦਰਜਨ ਦੇ ਲਗਭਗ ਆਪਣੇ ਵਿਛੜੇ ਹੋਏ ਘਰ। ਕੁਝ ਮੈਂ ਆਪਣੀ ਮਰਜ਼ੀ ਨਾਲ ਛੱਡੇ ਸਨ, ਕੁਝ ਮਾਲਕ ਮਕਾਨਾਂ ਦੀ ਮਰਜ਼ੀ ਦਾ ਹੋ ਗਏ ਸਨ ਸ਼ਿਕਾਰ। ਕੁਝ ਸਰਕਾਰੀ ਬਦਲੀਆਂ ਰੜੋ ਕੇ ਲੈ ਗਈਆਂ ਸਨ ਇੱਕ ਤੋਂ ਦੂਜੇ ਸ਼ਹਿਰ। ਕੁਝ ਘਰਾਂ ਦੇ ਪੈਰ ਜ਼ਮੀਨ ਉੱਤੇ ਸਨ, ਕੁਝ ਲਟਕੇ ਹੋਏ ਸਨ ਹਵਾ ਵਿੱਚ, ਕੁਝ ਜ਼ਮੀਨ ਦੋਜ਼ ਸਨ ਬੇਜ਼ਮੀਨ ਬੇਆਵਾਜ਼। ਕਿ ਵਿਛੜੇ ਹੋਏ ਘਰਾਂ ਦੀ ਯਾਦ ਨਾਲ ਉਸਾਰਿਆ ਜਾ ਸਕਦਾ ਹੈ ਕੋਈ ਘਰ, ਜਾਂ ਘਰ ਦਾ ਕੋਈ ਹੱਕ ਹਕੂਕ? ਕੀ ਯਾਦ ਦੇ ਕਬਜ਼ੇ ਦਾ ਨਹੀਂ ਹੁੰਦਾ ਕੋਈ ਰਿਕਾਰਡ? ਪਟਵਾਰੀ ਕਹਿੰਦੇ ਹਨ ਲਾਲ ਕੀਰ ਅੰਦਰ ਘਰਾਂ ਦੀ ਕੋਈ ਫਰਦ ਨਹੀਂ ਹੁੰਦੀ, ਬਸ ਕਬਜ਼ਾ ਹੀ ਹੁੰਦਾ ਹੈ ਉਹਨਾਂ ਦੀ ਫਰਦ ਤੇ ਫਰਿਆਦ। ਹਰ ਘਰ ਛੱਡਣ ਵੇਲੇ ਮੈਂ ਉਸ ਨੂੰ ਖਾਲੀ ਕਰ ਦਿੰਦਾ ਸਾਂ, ਚੁੱਕ ਲੈਂਦਾ ਸਾਂ ਇਸ ਵਿੱਚੋਂ ਆਪਣਾ ਸਾਰਾ ਸੁਭਾਵ, ਪਰ ਨਹੀਂ ਸਨ ਚੁੱਕੇ ਜਾਂਦੇ ਇਸ ਵਿੱਚੋਂ ਆਪਣੇ ਰਹਿਣ ਦੇ ਕਈ ਸਾਲ, ਬਹੁਤ ਸਾਰੇ ਹਾਦਸੇ, ਰਿਸ਼ਤੇ ਅਤੇ ਬਵਾਲ। ਪੂੰਝੇ ਨਾ ਜਾਂਦੇ, ਲਾਹੇ ਨਾ ਜਾਂਦੇ ਸਵੇਰਾਂ ਦੇ ਚਿਹਰੇ, ਰਾਤਾਂ ਦੇ ਜਾਲੇ, ਚੁੱਕੀਆਂ ਨਾ ਜਾਂਦੀਆਂ ਚਸ਼ਮਦੀਦ ਘੜੀਆਂ, ਬੰਦ ਨਾ ਹੋਣ ਖੁੱਲ੍ਹੀਆਂ ਖਿੜਕੀਆਂ। ਰਹਿ ਜਾਂਦਾ ਹਰ ਘਰ ਵਿੱਚ ਕੋਈ ਜਗਾਲਿਆ ਹਾਦਸਾ, ਕੋਈ ਬਿਲਕੁਲ ਨਵਾਂ ਨਕੋਰ। ਘਰ ਵਿੱਚੋਂ ਘਰ ਕਦੇ ਨਾ ਜਾਵੇ ਚੁੱਕਿਆ ਪੂਰਾ, ਹਰ ਘਰ ਵਿੱਚ ਰਹਿ ਜਾਵੇ ਥੋੜ੍ਹਾ ਜਿਹਾ ਘਰ। ਚੀੜ ਦੇ ਪੇੜ। ਕਿੱਥੇ ਗਈ ਮੇਰੀ ਬਹੁਤ ਬੜੇ ਪੁਰਾਣੀ ਕਵਿਤਾ ਚੀੜ ਦੇ ਪੇੜ? ਇਹ ਮੈਂ ਪਹਾੜਾਂ ਵਿੱਚ ਲਿਖੀ ਸੀ। ਚੀੜ ਦੇ ਪੇੜ ਤਾਂ ਮਹਿਜ਼ ਇਸ ਦਾ ਨਾਂ ਸੀ। ਅਸਲ ਵਿੱਚ ਇਹ ਕਵਿਤਾ ਗੰਦਾ ਬਰੋਜ਼ਾ ਬਣਾਉਣ ਵਾਲੇ ਕਾਰਖਾਨੇ ਦੇ ਮਾਲਕ ਦੀ ਧੀ ਦੀ ਬਾਰੇ ਸੀ, ਜਿਹੜੀ ਪਹਾੜ ਹੇਠਾਂ ਪ੍ਰਾਚੀਨ ਝੀਲ ਕੋਲ ਬੱਸ ਦੇ ਖਰਾਬ ਹੋ ਜਾਣ 'ਤੇ ਮਿਲੀ ਸੀ। ਬੈਠ ਗਈ ਸੀ ਸਾਡੀ ਜੀਪ ਵਿੱਚ ਆਪਣੀਆਂ ਦੋ ਸਹੇਲੀਆਂ ਨਾਲ। ਪਹਾੜੀ ਅਣਭੋਲਤਾ ਅਤੇ ਡਰ ਦੀ ਮਿਸ਼ਰਣ ਬਣੀ।
ਉਸ ਨੂੰ ਝੀਲ ਦੀਆਂ ਮੱਛੀਆਂ ਤੋਂ ਕਦੇ ਡਰ ਨਹੀਂ ਸੀ ਲੱਗਾ। ਉਸ ਦੱਸਿਆ ਸੀ, ਪਰ ਜੀਭ ਦਾ ਡਰ ਉਸ ਆਪਣੀਆਂ ਆਂਦਰਾਂ ਵਿੱਚ ਲੁਕੋ ਲਿਆ ਸੀ। ਇਸ ਡਰ ਦੀਆਂ ਕਈ ਅੱਖਾਂ ਸਨ। ਜੀਭ ਦੇ ਅੱਧ ਵਿਚਕਾਰ ਖਰਾਬ ਹੋ ਜਾਣ ਦਾ ਡਰ, ਤਰਕਾਲਾਂ ਦਾ ਡਰ, ਜੀਪ ਦੇ ਡਰਾਈਵਰ ਦੀਆਂ ਮੁੱਛਾਂ, ਵੱਡੀਆਂ ਮੁੱਛਾਂ ਅਤੇ ਡਰਾਉਣੀਆਂ ਜੀਪ ਵਿਚਲੇ ਬੰਦੇ, ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਸਾਂ। ਉਹ ਕੁੜੀ ਕੋਈ ਭਵਸਾਗਰ ਤਰ ਰਹੀ ਸੀ, ਪਰ ਘਰ ਪਹੁੰਚਣ ਉੱਤੇ ਕਿਤਨਾ ਨਿਡਰ ਹੋ ਗਈ ਸੀ ਉਹ। ਕੁਝ ਕੁ ਬੜਬੋਲੀ ਵੀ, ਕੁਝ ਕੁ ਹੋਰ ਸੁੰਦਰ ਵੀ। ਉਹ ਸਾਨੂੰ ਆਦਰ ਨਾਲ ਬਿਠਾਇਆ ਸੀ, ਆਪਣੀ ਬੈਠਕ ਵਿੱਚ ਬਿਠਾਇਆ ਸੀ, ਖਾਣ ਨੂੰ ਦਿੱਤੀ ਸੀ ਘਰੇ ਰੱਖੀ ਬਰਫੀ, ਪੀਣ ਲਈ ਗਰਮ ਲਾਖੀ ਚਾਹ। ਨੌਕਰਾਂ ਸਾਨੂੰ ਵਿਖਾਇਆ ਸੀ ਕਾਰਖਾਨਾ। ਇਸ ਵਿਚਕਾਰ ਮੇਰੇ ਕਵੀ ਹੋਣ ਦਾ ਜ਼ਿਕਰ ਵੀ ਆਇਆ ਸੀ, ਉਸ ਦਾ ਮੇਰੀ ਕਵਿਤਾ ਪੜ੍ਹਨ ਦੀ ਖਾਸ਼ ਦਾ ਜ਼ਿਕਰ ਵੀ। ਪਰ ਬਾਅਦ ਵਿੱਚ ਲਿਖੀ ਮੇਰੀ ਉਸ ਕਵਿਤਾ ਵਿੱਚ ਚੀੜ ਦਾ ਪੇੜ ਤਾਂ ਐਵੇਂ ਉੱਗ ਆਇਆ ਸੀ ਜਿਵੇਂ ਉੱਗ ਜਾਂਦੇ ਹਨ ਆਪ ਹਾਰੇ ਬਰਸਾਤੂ ਜੰਗਲੀ ਫੁੱਲ। ਝਾੜੀਆਂ ਉੱਗ ਆਈਆਂ ਸਨ ਇਵੇਂ ਜੀਪਾਂ, ਗੰਦੇ ਬਰੋਜ਼ੇ ਦੀਆਂ ਫੈਕਟਰੀਆਂ, ਜੇਜੋਂ ਦੁਆਬਾ ਝੀਲ, ਮੱਛੀਆਂ ਵਾਲੀ ਰੇਣੂਕਾ ਝੀਲ, ਜਿਵੇਂ ਯਾਦਾਂ ਵੀ ਆਪੇ ਉੱਗੇ ਫੁੱਲਾਂ ਵਾਂਗ ਬਾਂਸੂ ਹੋਣ।